We start with the next topic of amoeba, that is excretion. Excretion is the elimination of nitrogen waste material from the body. बेटा कभी भी कन्फ्यूज़ नहीं करना ईजेशन तो एक्सक्रीशन ਨੂੰ। ਈਜੇਸ਼ਨ ਜਿਹੜਾ ਹੁੰਦਾ ਡਾਈਜੈਸਟਿਵ ਸਿਸਟਮ ਦਾ ਵੇਸਟ ਮਟੀਰੀਅਲ ਆਪਾਂ ਜਦੋਂ ਨਿਕਲਦਾ ਜੋ ਅਨਡਾਈਜੈਸਟਿਡ ਫੂਡ ਮਟੀਰੀਅਲ ਹੈ ਉਸ ਨੂੰ ਅਸੀਂ ਐਲੀਮੀਨੇਸ਼ਨ ਫਰੋਮ ਦਾ ਬੋਡੀ ਅਨਵਾਂਟਡ ਮਟੀਰੀਅਲ ਦੈਟ ਇਜ਼ ਕਾਲਡ ਈਜੇਸ਼ਨ ਐਂਡ ਐਕਸਕ੍ਰੀਸ਼ਨ ਜਿਹੜਾ ਹੁੰਦਾ ਇਜ਼ ਦਾ ਐਲੀਮੀਨੇਸ਼ਨ ਆਫ ਨਾਈਟ੍ਰੋਜਨ ਵੇਸਟ ਮਟੀਰੀਅਲ ਫਰੋਮ ਦਾ ਬੋਡੀ। ਅਮੀਬਾ is a monotelic in nature, that means its excretory product is ammonia, and it is formed when protein are oxidized or break down. It is removed from the body in three ways. Major part jehda waste matter is lost through the general surface through a diffusion, simple. Secondly, even carbon dioxide is included in that. The second, some waste matter is separated from the cytoplasm by crystallization in the small vacuole. Vacuole ਦੇ ਵਿੱਚ ਉਹ ਕੀ ਹੈ ਇਕੱਠਾ ਹੋ ਕੇ ਰਹਿ ਜਾਂਦਾ ਹੈ। And young amoeba when liberated from the cyst, ਜਦੋਂ cyst ਤੋਂ ਬਾਹਰ ਆਉਂਦਾ then ਉਹ ਕੀ ਹੈ ਬੋਡੀ ਦੇ ਨਾਲ ਉਹ crystal ਵੀ remove ਹੋ ਜਾਂਦੇ ਹੈ। Crystal soon appear and increase in size ਜਿਵੇਂ amoeba grow ਕਰਦਾ ਹੈ and then they lost as a residual during the multiple fission. ਤੇ ਸੈਕਿੰਡ ਪਾਰਟ ਜਿਹੜਾ ਹੁੰਦਾ ਦੈਟ ਇਜ਼ ਲਾਸਟ ਦੈਟ ਇਜ਼ ਪਾਰਟ ਆਫ ਐਕਸਕ੍ਰੀਸ਼ਨ ਇਨਸੀਡੈਂਟਲੀ ਅਕਰ ਥਰੂ ਦਾ ਕੰਟਰੈਕਟਾਈਲ ਵੈਕਿਊਲ। ਨਾਓ ਆਪਾਂ ਹੁਣ ਅਗਲਾ ਟੌਪਿਕ ਨਾਲ ਹੀ ਸ਼ੁਰੂ ਕਰਦੇ ਹਾਂ, ਉਹ ਹੈ ਓਸਮੋ ਰੈਗੂਲੇਸ਼ਨ। ਓਸਮੋ ਰੈਗੂਲੇਸ਼ਨ ਦਾ ਮਤਲਬ ਕੀ ਹੁੰਦਾ ਦੈਟ ਮੀਨਸ ਓਸਮੋਸਿਸ ਅਤੇ ਰੈਗੂਲੇਸ਼ਨ। ਓਸਮੋਸਿਸ ਦੇ ਵਿੱਚ ਅਸੀਂ ਵਾਟਰ ਦੀ ਗੱਲ ਕਰਦੇ ਹਾਂ ਜਾਂ ਆਇਨਸ ਦੀ ਗੱਲ ਕਰਦੇ ਹਾਂ। ਸੋ ਓਸਮੋ ਰੈਗੂਲੇਸ਼ਨ ਮੀਨਸ ਕੀਪਿੰਗ ਦਾ ਵਾਟਰ ਐਂਡ iron content of the body constant, means water iron ਦੀ ਜਿਹੜੀ ਹੈ ਮੇਨਟੇਨੈਂਸ ਹੈ ਜਾਂ ਉਹਦਾ ਬੈਲੈਂਸ ਹੈ ਉਹ ਕਿਵੇਂ ਬੋਡੀ 'ਚ ਬਣਾ ਕੇ ਰੱਖਣਾ ਹੈ। the cytoplasm of the amoeba is very dense and is denser than the surrounding water, so that means water diffuses into their body from higher concentration to lower concentration. ਵਾਟਰ ਕੀ ਹੈ ਪਲਾਜ਼ਮਾ ਮੈਂਬਰੇਨ ਦੇ ਥਰੂ ਉਸਦੇ ਅੰਦਰ ਆਉਂਦਾ ਰਹਿੰਦਾ ਹੈ, ਠੀਕ ਹੈ। ਐਂਡ ਉਸ ਦੇ ਵਾਟਰ ਜਿਹੜਾ ਅੰਦਰ ਆ ਰਿਹਾ ਹੈ ਇਜ਼ ਟੇਕਨ ਆਊਟ, ਜਿਵੇਂ ਉਹਨੂੰ ਕੋਈ ਚੀਜ਼ ਖਾਂਦਾ ਤਾਂ ਉਹਦੇ ਨਾਲ ਵੀ ਪਾਣੀ ਅੰਦਰ ਆ ਜਾਂਦਾ। ਸਮ ਜਦੋਂ ਆਪਾਂ ਬੋਡੀ ਦੇ ਵਿੱਚ ਆਕਸੀਡੇਸ਼ਨ ਹੁੰਦੀ ਹੈ ਦੈਨ ਵਾਟਰ ਇਜ਼ ਆਲਸੋ ਬਾਈ ਪ੍ਰੋਡਕਟ। ਸੋ ਇਸ ਤਰ੍ਹਾਂ ਬਹੁਤ ਸਾਰਾ ਅਮਾਊਂਟ ਜਿਹੜਾ ਹੈ ਵਾਟਰ ਦਾ ਉਹ ਬੋਡੀ ਦੇ ਵਿੱਚ ਕਲੈਕਟ ਹੋ ਜਾਂਦਾ, ਠੀਕ ਹੈ। ਐਂਡ ਜੇ ਇਸੇ ਤਰੀਕੇ ਨਾਲ ਬੋਡੀ 'ਚ ਪਾਣੀ ਕਲੈਕਟ ਹੋਈ ਗਿਆ ਅਤੇ ਹੌਲੀ ਹੌਲੀ ਕੀ ਹੈ ਕਿ ਬੋਡੀ ਕੀ ਹੈ ਫੁੱਲਣੀ ਸ਼ੁਰੂ ਹੋ ਜਾਏਗੀ ਅਤੇ ਉਹ ਬਸਟ ਹੋ ਸਕਦੀ ਹੈ। ਤਾਂ ਇਸ ਚੀਜ਼ ਨੂੰ ਅਵੋਇਡ ਕਰਨ ਵਾਸਤੇ ਰਿਮੂਵ ਐਕਸੈਸ ਆਫ ਵਾਟਰ ਦਾ organ which is present in amoeba is called osmoregulatory organ, and osmoregulatory ਜਿਹੜੇ ਹੈ organ or called as osmovacuole complex, ਔਰ ਜਿਹੜਾ complex ਹੈ ਉਹਦੇ ਵਿੱਚ ਕੀ ਹੁੰਦਾ contractile vacuole proper surrounding by a small water channel that is called as simply spongiome. Spongiome ऑफ है ਕੀ ਹੈ ਉਹ ਸਮੋਲ ਛੋਟੀਆਂ ਛੋਟੀਆਂ ਵੈਕਿਊਲਸ ਹੁੰਦੀਆਂ ਨੇ ਐਂਡ ਉਹਦੇ ਨਾਲ ਟਿਊਬਸ ਬਣੀਆਂ ਹੁੰਦੀਆਂ ਨੇ। ਸੋ ਇੱਕ ਵਾਰੀ ਦੇਖੋ ਐਂਡ ਇਹ ਜਿਹੜੀ ਸਟਰਕਚਰਾਈਜੇਸ਼ਨ ਹੈ ਉਹ ਇਸ ਤਰੀਕੇ ਨਾਲ ਆਪਾਂ ਦਿਖਾ ਸਕਦੇ ਹਾਂ। ਲਾਈਕ ਹੇਅਰ ਯੂ ਕੈਨ ਸੀ ਦੈਟ you can see that there is a what happen there is what happen over there कि these are structures। देखो ये छोटे छोटे पहला जड़ी है ने ये वैक्यूल्स ने एक तरह दी, ठीक है। सो these are small tiny ट्यूब्यूल्स या वैसिकल्स, दैन वो वैसिकल यूनाइट करके की एक ट्यूब बनाती है एंड ट्यूब जोड़े है दैन एम्पूला जोड़ा है ਉਹਦੀ ਫਾਰਮੇਸ਼ਨ ਹੋ ਜਾਂਦੀ ਹੈ, ਠੀਕ ਹੈ। ਐਂਪੂਲਾ ਇਜ਼ ਓਪਨ ਇਨਟੂ ਦਾ ਸੈਂਟਰ ਪੋਰਸ਼ਨ ਆਫ ਦਾ ਕੰਟਰੈਕਟਾਈਲ ਵੈਕਿਊਲ, ਸੋ ਦੈਟ ਮੀਨਸ ਵੈਕਿਊਲ ਅਪੀਅਰ ਇਨ ਅ ਸਮॉल ਬਬਲ, ਠੀਕ ਹੈ। ਸੋ ਇਹ ਇਸ ਤਰੀਕੇ ਨਾਲ ਜਿਹੜੀ ਹੈ ਫਾਰਮੇਸ਼ਨ ਹੁੰਦੀ ਹੈ। ਸੋ ਦੈਟ ਇਜ਼ ਅ ਪਾਰਟ ਆਫ ਦਾ ਕੰਟਰੈਕਟਾਈਲ ਵੈਕਿਊਲ। ਤਾਂ ਉਸ ਤੋਂ ਬਾਅਦ ਬੇਟਾ ਕੀ ਹੁੰਦਾ ਕਿ ਜਦੋਂ ਵੀ ਬੋਡੀ ਦੇ ਅੰਦਰ ਬਹੁਤ ਸਾਰਾ ਪਾਣੀ ਇਕੱਠਾ ਹੋ ਜਾਂਦਾ ਹੈ ਦੈਨ ਇੱਕ ਮੈਕੈਨਿਜ਼ਮ ਵਾਂਗੂ ਬੋਡੀ ਐਕਟ ਕਰਦੀ ਹੈ
कि उसदे विच की हुंदा है कि हमेशा कॉन्ट्रैक्टाइल वैक्यूल बॉडी दे जिहड़ी है लास्ट साइड ते या रेयर एंड ते इकट्ठे हुंदे आ, ठीक है। दैट मीनस हाइंड एंड जिहड़ा है एंड वो कॉन्ट्रैक्टाइल वैक्यूल जिहड़ियां ने ਉਹ ਕੀ ਹੈ ਪਹਿਲਾਂ ਹੌਲੀ ਹੌਲੀ ਪਾਣੀ ਉਹਨਾਂ 'ਚ ਇਕੱਠਾ ਹੋਣਾ ਸ਼ੁਰੂ ਹੁੰਦਾ, ਉਹ ਨਿਊਕਲੀਅਸ ਦੇ ਨੇੜੇ ਪਹੁੰਚਦੇ ਆ, ਦੈਨ ਉਹ ਹੌਲੀ ਹੌਲੀ ਕੀ ਹੈ ਗਰੋ ਹੋਣੀ ਸ਼ੁਰੂ ਹੁੰਦੀ ਹੈ। ਜਦੋਂ ਗਰੋਥ ਹੁੰਦੀ ਅਸੀਂ ਉਹਨੂੰ ਕਹਿੰਦੇ ਹਾਂ ਡਾਇਆਸਟੋਲ। growing phase of the contractile vacuole is called as a diastole and then ਹੌਲੀ ਹੌਲੀ ਕੀ ਹੈ ਪੂਰਾ ਗਰੋ ਕਰਕੇ then ਜਦੋਂ ਪੂਰੀ ਫੁੱਲ ਫਲੈਜ ਬਣ ਜਾਂਦੀ ਹੈ ਉਹ ਸਵੈਲ ਅਪ ਹੋ ਕੇ ਵੱਡੀ ਬਣ ਜਾਂਦੀ ਹੈ ਐਂਡ then they reaches to the hind end। ਸੋ ਯੂ ਕੈਨ ਸੀ ਓਵਰ ਦੇਅਰ। ਸੋ ਐਂਡ ਹਾਈਂਡ ਐਂਡ ਤੋਂ ਬਾਅਦ ਅਲਟੀਮੇਟਲੀ ਕੀ ਹੈ ਫਿਰ ਉਹ ਫਿਰ ਰੇਅਰ ਐਂਡ ਤੱਕ ਪਹੁੰਚ ਕੇ ਹਾਈਂਡ ਐਂਡ ਤੱਕ ਦੈਨ ਕੰਟਰੈਕਟਾਈਲ ਵੈਕਿਊਲ ਬਸਟ ਕਰ ਜਾਂਦੀ ਐਂਡ ਵਾਟਰ ਨੂੰ ਐਲੀਮੀਨੇਟ ਕਰ ਜਾਂਦੀ ਹੈ, ਠੀਕ ਹੈ। ਸੋ ਇਹ ਇੱਕ ਅਨਦਰ ਡਾਇਗਰਾਮ ਜਿਹੜਾ ਹੈ ਆਪਾਂ ਸ਼ੋ ਕੀਤਾ ਹੋਇਆ ਇੱਥੇ ਕਿ ਦੇਖੋ ਹੇਅਰ ਦੈਟ ਵਾਜ਼ ਅ ਵੈਰੀ ਕਲੀਅਰ ਇਨ ਅ ਫਸਟ ਫਿਗਰ ਐਂਡ ਯੂ ਕੈਨ ਸੀ ਦੈਟ ਦੇਅਰ ਇਜ਼ ਵਟ ਜਿਹੜੀ ਇਹ ਗ੍ਰੀਨ ਇੰਡੀਕੇਸ਼ਨ ਹੈ ਦੈਟ ਇਜ਼ ਅ ਕੰਟਰੈਕਟਾਈਲ ਵੈਕਿਊਲ। ਮੈਂ ਜਿਵੇਂ ਪਹਿਲਾਂ ਕਿਹਾ ਸੀ ਹਾਈਂਡ ਐਂਡ 'ਤੇ ਅਪੀਅਰ ਹੁੰਦਾ, ਹੌਲੀ ਹੌਲੀ ਸਭ ਤੋਂ ਪਹਿਲਾਂ ਉਹ ਨਿਊਕਲੀਅਸ ਦੇ ਨੇੜੇ ਜਾਂਦਾ। ਸੋ ਦੈਨ ਨਿਊਕਲੀਅਸ ਤੋਂ ਬਾਅਦ ਦੇਖੋ ਉਹ ਕੀ ਹੈ ਗਰੋ ਕਰਨਾ ਸ਼ੁਰੂ ਹੋ ਗਿਆ ਕਿਉਂਕਿ ਪਾਣੀ ਉਹਦੇ 'ਚ ਫਿਲ ਹੋਣਾ ਸ਼ੁਰੂ ਹੋ ਗਿਆ ਐਂਡ ਦੈਨ ਜਦੋਂ ਪਾਣੀ ਫਿਲ ਹੋ ਗਿਆ ਉਹ ਕੀ ਹੈ ਦੈਨ ਸਟਾਰਟ ਮੂਵਿੰਗ ਅਗੇਨ ਟੂ ਦਾ ਦਿਸ ਪੋਰਸ਼ਨ ਦੈਟ ਇਜ਼ ਹਾਈਂਡ ਐਂਡ। ਫਿਰ ਹਾਈਂਡ ਐਂਡ ਤੋਂ ਕੀ ਹੈ ਉਹਨੇ ਆਪਣੇ ਆਪ ਮੈਂਬਰੇਨ ਨਾਲ ਅਟੈਚ ਕੀਤਾ ਐਂਡ ਮੈਂਬਰੇਨ ਦੇ ਵਿੱਚੋਂ ਕੀ ਹੈ ਦੇਖੋ ਇੱਥੋਂ ਵਾਟਰ ਕੀ ਐਲੀਮੀਨੇਟ ਹੋਣਾ ਸ਼ੁਰੂ ਹੋ ਗਿਆ। ਸੋ ਦੈਟ ਇਜ਼ ਆਲ ਟੂਗੈਦਰ ਜਿਹੜੀ ਇਹ ਫੰਕਸ਼ਨਿੰਗ ਹੈ, ਠੀਕ ਹੈ। ਸੋ ਕਲੀਅਰ। ਸੋ ਇਹ ਜਿਹੜੀ ਹੈ ਪੂਰੇ ਦਾ ਪੂਰਾ ਮੈਕੈਨਿਜ਼ਮ ਅਸੀਂ ਇਸ ਨੂੰ ਕੀ ਹੈ ਜਦੋਂ ਉਹ ਫਿਰ ਸ਼ਰਿੰਕ ਹੋ ਜਾਂਦੀ ਸੀ ਉਹਨੂੰ ਕਹਿੰਦੇ ਸਿਸਟੋਲ ਹੋ ਗਿਆ। ਸੋ ਇਸ ਤਰੀਕੇ ਨਾਲ ਮੈਕੈਨਿਜ਼ਮ ਜਿਹੜਾ ਹੈ ਬਣਦਾ ਰਹਿੰਦਾ ਐਲੀਮੀਨੇਸ਼ਨ ਦੁਆਰਾ ਫਿਰ ਹਾਈਂਡ ਐਂਡ ਤੋਂ ਵੈਕਿਊਲ, ਸੋ ਤਾਂ ਕਿ ਬੋਡੀ ਦੇ ਵਿੱਚ ਜਿਹੜਾ ਹੈ ਸਾਲਟ ਬੈਲੈਂਸ ਮੇਨਟੇਨ ਰਹੇ। ਐਂਡ ਇਸ ਦੇ ਵਿੱਚ ਨਾਲ ਦੀ ਨਾਲ ਇਹ ਵੀ ਹੈ ਕਿ ਇਸ ਕੰਟਰੈਕਟਾਈਲ ਦੇ ਵੈਕਿਊਲ ਦੇ ਨਾਲ ਕੁਛ ਜਿਹੜੇ ਸਾਲਟ ਐਕਸੈਸ ਵਾਟਰ ਦੇ ਨਾਲ ਆਸਮੋ ਰੈਗੂਲੇਸ਼ਨ ਜਦੋਂ ਕਰਦੇ ਆ ਕੁਛ ਸਾਲਟ ਵੀ ਜਿਹੜੀ ਹੈ ਉਹ ਕੰਸਨਟ੍ਰੇਸ਼ਨ ਵੀ ਰਿਲੀਜ਼ ਹੋ ਜਾਂਦੀ ਹੈ। ਸੋ ਇਟ ਇਜ਼ ਕੰਟਰੈਕਟਾਈਲ ਵੈਕਿਊਲ ਹੇਅਰ ਕਲੀਅਰਲੀ ਐਕਟ ਐਜ਼ ਅ ਵੀ ਕੈਨ ਸੇ ਆਸਮੋ ਰੈਗੂਲੇਟਰੀ ਔਰਗਨ। ਸੋ ਬੇਟਾ ਇਸ ਤੋਂ ਬਾਅਦ ਆਪਾਂ ਹੁਣ ਜਿਹੜਾ ਹੈ ਨੈਕਸਟ ਜਿਹੜਾ ਟੌਪਿਕ ਆਪਾਂ ਕਰਨ ਲੱਗੇ ਹਾਂ ਉਹ ਹੈ ਬਿਹੇਵੀਅਰ। ਬਿਹੇਵੀਅਰ ਜਾਂ ਜਿਹਨੂੰ ਆਪਾਂ ਸੈਂਸਿਟਿਵਿਟੀ ਕਹੀਏ, ਅਸੀਂ ਕੀ ਦੇਖਿਆ ਕਿ ਵਿਚ ਇਜ਼ ਬਿਹੇਵੀਅਰ ਇਨਵੋਲਵਸ ਦਾ ਮੈਨਰ ਇਨ ਵਿਚ ਦਾ ਐਨੀਮਲ ਰਿਸਪੌਂਡ ਟੂ ਦਾ ਇਨਵਾਇਰਮੈਂਟਲ ਕੰਡੀਸ਼ਨ। ਹੁਣ ਰਿਸਪੌਂਸਿਸ ਕਿਵੇਂ ਕਰਦਾ, ਰਿਸਪੌਂਸ ਟੂ ਦਾ ਸਟਿਮੂਲਾਈ ਆਰ ਕਾਲਡ ਐਜ਼ ਟੈਕਸਿਸ, ਠੀਕ ਹੈ। ਟੈਕਸਿਸ ਮੇ ਬੀ ਆਈਦਰ ਪੋਜ਼ਿਟਿਵ if the organism moves toward the stimuli or negative if the we can say in which the organism move away from the stimuli, ठीक है। so amoeba show both type of taxis, positive as well as the negative, specifically to different stimuli। ਇਸ ਦੇ ਰਿਗਾਰਡਿੰਗ ਬੇਟਾ ਦੋ ਵਿਊਅਰਸ ਨੇ, ਮਤਲਬ ਦੋ ਤਰ੍ਹਾਂ ਦੇ ਲੋਕਾਂ ਨੇ ਜਾਂ ਸਾਇੰਟਿਸਟ ਨੇ ਕੀਤਾ। ਕਈ ਸਾਇੰਟਿਸਟ ਅਕੋਰਡਿੰਗ ਟੂ ਵਨ ਵਿਊ ਦਾ ਰਿਸਪੌਂਸ ਆਫ ਅਮੀਬਾ ਟੂ ਬੀ ਟੇਕਨ ਸਟਿਮੂਲਾਈ ਇਜ਼ ਆਟੋਮੈਟਿਕ ਔਰ ਡਾਇਰੈਕਟਿਡ। ਡਾਇਰੈਕਟਿਡ ਮੀਨਸ ਟੋਪੋਟੈਕਸਿਸ ਹੁੰਦਾ ਹੈ। that is amoeba either move toward the stimuli or avoid it depending upon the nature of stimuli। ਤੇ another view ਕੀ ਕਹਿੰਦਾ ਹੈ, view hold that response to the stimuli is undirected, ਕੋਈ directed ਨਹੀਂ ਹੈ, that is called as a phobotaxis। so phobotaxis is that is amoeba always avoid a stimuli and move here and there to get a favorable environment। ਸੋ ਅਕੋਰਡਿੰਗਲੀ ਜਿਹੜੇ ਐਕਸਪੈਰੀਮੈਂਟ ਕੀਤੇ ਅਸੀਂ ਅਲੱਗ-ਅਲੱਗ ਸਟਿਮੂਲਾਈ ਦੇਖਿਆ, ਉਸ ਨੂੰ ਅਸੀਂ 6 ਤੋਂ 7 ਰੀਜਨ 'ਚ ਕੈਟਾਗਰਾਈਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਸੋ ਹੇਅਰ ਕਾਲਡ ਐਜ਼ ਅ ਫੀਓਟੈਕਸਿਸ। ਸੋ ਦੈਟ ਕੰਡੀਸ਼ਨ ਕੀ ਹੈ, ਦੈਟ ਇਜ਼ ਵਾਟਰ ਕਰੰਟ, ਠੀਕ ਹੈ। ਰੀਓਟੈਕਸਿਸ ਮੀਨਸ ਦੈਟ ਇਜ਼ ਅ ਵਾਟਰ ਕਰੰਟ ਲਾਈਕ ਦਿਸ। ਸੋ ਆਪਾਂ ਜਿਹੜੀ ਪਹਿਲੀ ਕੰਡੀਸ਼ਨ ਕਰ ਰਹੇ ਹਾਂ ਰੀਓਟੈਕਸਿਸ ਹੇਅਰ, so that is this, ठीक है। so according to this situation ਹੁਣ ਕੀ ਹੈ ਕਿ a floating amoeba give positive response to the water current by drifting in the direction of the current। ਆਪ ਉਸੇ ਡਾਇਰੈਕਸ਼ਨ ਨੂੰ ਮੂਵ ਕਰ ਜਾਂਦਾ ਹੈ ਜਿਸ ਡਾਇਰੈਕਸ਼ਨ ਨੂੰ ਜਿਹੜਾ ਹੈ ਉਹ ਮੂਵ ਕਰਦਾ ਹੈ। ਦੈਟ ਮੀਨਸ ਜਿਸ ਡਾਇਰੈਕਸ਼ਨ ਨੂੰ ਜਿਹੜਾ ਪਾਣੀ ਮੂਵ ਕਰ ਰਿਹਾ ਹੁੰਦਾ ਹੈ, that is called as a which taxis called as rheotaxis। then comes to the called as a gravity or simply called as
जियोटैक्सिस। हुण जियोटैक्सिस की हुंदा है? दैट मीनस रिस्पॉन्स टूवर्ड ग्रैविटी। द रिस्पॉन्स ऑफ अमीबा टू ग्रैविटी इज़ मोस्टली पॉजिटिव। सो ये देखा कि जे ये फ्लोट कर रहा है तो जे उहदे विच की है अर्थ, दैट मीनस अ रिस्पॉन्स ऑफ अमीबा मोस्टली पॉजिटिव। इट ड्रॉप ऑन द बॉटम ऑफ द कंटेनर फिल्ड विथ वाटर। आप तो छड्डिया तो हमेशा की है बॉटम वाल जाने की कोशिश करेगा, दैट इज़ नॉट अवे, दैट इज़ टुवर्ड्स द बॉटम। सो दैट मीनस इट इज़ अ पॉजिटिवली जी है नेचर, पॉजिटिवली जियोटैक्सिस इन नेचर, ठीक है। सो दैट इज़ इंडिकेटेड। नाउ नेक्स्ट टू दैट इज़ called as a galvanotaxis or called as electric current. Amoeba contract into a spherical mass। देखो ये एक इलैक्ट्रोड च पाया, सो उस अवॉइड करता है एंड कैथोड इधर है। सो दैट मीनस अट्रैक्टेड और अवॉइड। सो ये कंडीशनस ने दो अलग अलग आप रखी हुई हैं। सो दैट इन दैन की करते मास इफ इलैक्ट्रिक करंट इज पास थ्रू द वाटर इन विच इट लिव्स। तो की होगा अपने आप शेप की करना लगता है स्फेरिकल इन नेचर। सो वो जी है टुवर्ड सिंपली वाटर इलैक्ट्रिक करंट। सो वो की है पहला अमीबा की स्टॉप मूविंग, विड्रॉ सूडोपोडिया एंड बिकम ग्लोबुलर। मीनस आप अमीबा की एक वाटर विचों की करंट पास करिए तो वह करंट जो पास करता है पहला कि पहला रुक जाता है, ठीक है, जो मूव कर रहा सीगा। फिर अपने सूडोपोडिया की अंदर ले लेंदा, मीनस सूडोपोडिया रिमूव कर लेंदा, बिकम ग्लोबुलर। इन अ वीक इलैक्ट्रिक करंट इट मूव टुवर्ड अ नैगेटिव पोल, ठीक है। जे करंट वीक होएगा तो वह किधर मूव करता है टुवर्ड अ नैगेटिव पोल, दैट इज कैथोड एंड अवॉइड पॉजिटिव पोल। एंड दैन इस तो उतले पासे आप देख रहे हैं दैट इज़ अनदर इज कॉल्ड कीमोटैक्सिस। Chemotaxis means chemical response to chemical substance. Amoeba is negatively chemotactic to a strong solution of alkaline, salt and sugar, ठीक है। So withdraw जड़ी है structure in nature. It also avoids sand particle or some other obstacles in a way. So the responsive positive to the फूड ऑर्गेनिज्म। जो फूड ऑर्गेनिज्म है तो वो वाल ज़्यादा जाता है, बट अदर चीज़ एसिडिक है या कुछ भी है वो तो क्या अवे जड़ा है जाता है, ठीक है। सो ये जड़ा है दैट वाज स्ट्रक्चरली। एंड दैन इस तो अगला जड़ा है कुछ और टैक्सिस रह गई। सो दैट टैक्सिस आर वन इज़ कॉल्ड थिग्मोटैक्सिस। थिग्मो मीनस टच। अ फ्लोटिंग अमीबा की करता है, रिस्पोंड करता है। देखो ये आप दिखा रहे हैं। सो दैट फ्लोटिंग अमीबा की कर रहे हैं। सो इट इज़ शोइंग यू दैट दिस फ्लोटिंग अमीबा दैट इज़ मैकेनिज्म वाइज की करता है कि कोई ऑब्जेक्ट अपॉन विच इट इज़ स्लाइड और रेस्ट, ठीक है। पॉजिटिवली इट विल बैक अवे फ्रॉम द कंटैक्ट विद द फॉरिजन ऑब्जेक्ट और प्रोब वाइल क्रोइंग ऑन द रेस्ट। दैट मीनस सिंपल कि जे आप क्रीपिंग अमीबा वैन टच करिए बाय दैट सॉलिड ऑब्जेक्ट स्टॉप फॉर अ मोमेंट दैन टर्नस अवे फ्रॉम द ऑब्स्टेकल, ठीक है। दैट मीनस हियर, ठीक है। सो ये अवे करेगा, भजेगा उधर, ठीक है। दैन कम्स टू द फोटोटैक्सिस। फोटो मीनस लाइट। अमीबा मूव अवे फ्रॉम द स्ट्रॉन्ग लाइट। स्ट्रॉन्ग लाइट तो दूर भजदा है, ठीक है। सो दैट इज़ अ बट प्रेफर डिम लाइट और दैट मीनस सो दैट वाज स्ट्रॉन्ग लाइट तो नैगेटिवली विल मूव करेगा, वेयर एज दोज ऑफ द स्ट्रक्चरली जी है पॉजिटिव जोड़ा है नाइट जोड़ा है वो रिएक्शन वाल जाएगा। मीनस इनू हनेरा पसंद है या डिम लाइट पसंद है उधर नूं जाता है। एंड लास्ट वी कम्स टू द थर्मोटैक्सिस, टैंपरेचर। थर्मोटैक्सिस के अकॉर्डिंगली की करता है कि कितना टैंपरेचर है। सो रिस्पॉन्स टू हीट अमीबा रिस्पॉन्ड नैगेटिव टू बोथ लो एंड हाई टैंपरेचर। बहुत ज़्यादा लो कर लिए 10 डिग्री तो घट भी कर लिए या 35 डिग्री तो वध कर दिए तो वो दूर भजदा है, बट प्रैफर्ड बिटवीन ऑप्टिमम टैंपरेचर लाइक 20 तो 25 डिग्री के रहना पसंद करता, उधर नूं ज़्यादा जाएगा। सो दिस इज़ बेटा ऑल अबाउट द डिफरेंट टाइप्स ऑफ बिहेवियर एंड एक्सक्रीशन एंड ऑस्मो रेगुलेशन। सो बाकी जो नैक्सट जो पार्ट है आप अगले लैक्चर दे विच करांगे। सो दैट इज़ अबाउट द अमीबा जड़ी है